साल 587 ईसा पूर्व विच यरूशलेम दे नगर उत्ते बाबल साम्राज द्वारा हमला किया गया ਅਤੇ 1 साल बाद नगर ਅਤੇ हैकल ਨੂੰ ਲੁੱਟ ਕੇ ਸਾੜ ਦਿੱਤਾ ਗਿਆ। ਹਜ਼ਾਰਾਂ ਇਸਰਾਏਲੀਆਂ ਨੂੰ ਉਹਨਾਂ ਦੇ ਘਰਾਂ ਤੋਂ ਕੱਢ ਕੇ ਪ੍ਰਾਚੀਨ ਬਾਬਲ ਦੀਆਂ ਵੱਖ-ਵੱਖ ਜਗ੍ਹਾ ਤੇ ਵਸਾ ਦਿੱਤਾ ਗਿਆ। ਉਹ ਗੁਲਾਮ ਹੋ ਗਏ ਸਨ ਅਤੇ ਇਸ ਲਈ ਹੁਣ ਉਹ ਉਸ ਜਗ੍ਹਾ ਤੇ ਘੱਟ ਗਿਣਤੀ ਵਾਲੇ ਲੋਕ ਬਣ ਗਏ ਜੋ ਨਵੇਂ ਦੇਵਤਿਆਂ ਤੇ ਨਵੇਂ ਸੱਭਿਆਚਾਰ ਨਾਲ ਘਿਰੇ ਹੋਏ ਸਨ। ਹੁਣ ਕੁਝ ਇਸਰਾਏਲੀਆਂ ਨੇ ਬਾਬਲ ਦਾ ਵਿਦਰੋਹ ਕਰਨ ਜਾਂ ਵਾਪਸ ਜਾਣ ਦੀ ਚੋਣ ਕੀਤੀ। ਕਈਆਂ ਨੇ ਬਾਬਲ ਦੇ ਸਾਹਮਣੇ ਆਪਣੇ ਆਪ ਨੂੰ ਝੁਕਾ ਲਿਆ ਅਤੇ ਉਹਨਾਂ ਦੀ ਜੀਵਨ ਸ਼ੈਲੀ ਅਤੇ ਉਹਨਾਂ ਦੇ ਦੇਵਤਿਆਂ ਨੂੰ ਕਬੂਲ ਕਰ ਲਿਆ। ਅਤੇ ਤੁਸੀਂ ਸੋਚੋਗੇ ਕਿ ਸ਼ਾਇਦ ਚੁਣਨ ਲਈ ਇਹੀ ਦੋ ਪੱਖ ਸਨ, ਪਰ ਯਰਮੀਆ ਨਬੀ ਨੇ ਉਹਨਾਂ ਨੂੰ ਕੁਝ ਅਜਿਹਾ ਕਰਨ ਲਈ ਕਿਹਾ ਜੋ ਬਿਲਕੁਲ ਵੱਖਰਾ ਅਤੇ ਹੈਰਾਨ ਕਰ ਦੇਣ ਵਾਲਾ ਸੀ, ਜਿਵੇਂ ਉਹਨਾਂ ਵਿੱਚ ਵਸਣਾ, ਘਰ ਬਣਾਉਣਾ, ਬਾਗ ਲਗਾਉਣਾ, ਪਰਿਵਾਰਾਂ ਨੂੰ ਵਧਾਉਣਾ ਅਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿ ਬਾਬਲ ਦੇ ਭਲੇ ਦੀ ਇੱਛਾ ਕਰਨਾ ਅਤੇ ਉਹਨਾਂ ਦੀ ਵੱਲੋਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਨਾ। ਤਾਂ ਫਿਰ ਇਹ ਤੀਸਰੇ ਪ੍ਰਕਾਰ ਦਾ ਰਸਤਾ ਸੀ। ਹਾਂ, ਇਹ ਨਾ ਤਾਂ ਸਮਝੌਤਾ ਸੀ ਅਤੇ ਨਾ ਹੀ ਵਿਦਰੋਹ ਹੈ। ਫਿਰ ਇਹ ਕੀ ਜਾਪਦਾ ਹੈ? ਖੈਰ, ਬਾਈਬਲ ਦੀ ਇੱਕ ਪੂਰੀ ਕਿਤਾਬ ਹੈ ਜੋ ਇਸੇ ਹੀ ਸਵਾਲ ਦਾ ਜਵਾਬ ਦਿੰਦੀ ਹੈ। ਇਹ ਦਾਨੀਏਲ ਦੀ ਕਹਾਣੀ ਹੈ। ਦਾਨੀਏਲ ਉਹਨਾਂ ਇਸਰਾਏਲੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਬਾਬਲ ਦੀ ਗੁਲਾਮੀ ਵਿੱਚ ਲਿਆਂਦਾ ਗਿਆ ਸੀ। ਅਤੇ ਕਿਉਂਕਿ ਦਾਨੀਏਲ ਦਾ ਘਰਾਣਾ ਅਤੇ ਸਿੱਖਿਆ ਸ਼ਾਹੀ ਸੀ, ਇਸ ਲਈ ਉਸ ਨੂੰ ਅਤੇ ਉਸ ਦੇ ਕੁਝ ਮਿੱਤਰਾਂ ਨੂੰ ਬਾਬਲ ਦੇ ਉੱਚ ਦਰਬਾਰ ਵਿੱਚ ਕੰਮ ਦਿੱਤਾ ਗਿਆ। ਦੁਸ਼ਮਣ ਦੇ ਲਈ ਕੰਮ? ਇਹ ਤਾਂ ਸਮਝੌਤਾ ਹੋਵੇਗਾ, ਜਾਂ ਉਹ ਰਾਜੇ ਦਾ ਭਰੋਸਾ ਜਿੱਤ ਕੇ ਅੰਦਰੋਂ ਉਸ ਦਾ ਘਾਤ ਕਰ ਸਕਦੇ ਸਨ। ਅਸੀਂ ਇਸ ਤਰ੍ਹਾਂ ਸੋਚ ਸਕਦੇ ਹਾਂ, ਪਰ ਉਹਨਾਂ ਨੇ ਯਰਮੀਆ ਦੀ ਸਲਾਹ ਮੰਨ ਕੇ ਤੀਸਰੇ ਰਸਤੇ ਨੂੰ ਚੁਣਿਆ। ਉਹਨਾਂ ਨੇ ਬਾਬਲ ਦੇ ਰਾਜੇ ਦੀ ਸੇਵਾ ਕੀਤੀ, ਬਾਬਲ ਦੇ ਵਾਸੀਆਂ ਵਾਂਗ ਹੀ ਨਾਮ ਰੱਖੇ ਅਤੇ ਇੱਥੋਂ ਤੱਕ ਕਿ ਉਹਨਾਂ ਦਾ ਪਹਿਨਾਵਾ ਵੀ ਅਪਣਾ ਲਿਆ। ਤਾਂ ਉਹ ਬਾਬਲ ਦੀ ਭਲਾਈ ਦੀ ਇੱਛਾ ਕਰਦੇ ਹਨ, ਪਰ ਇਸ ਤਰ੍ਹਾਂ ਕਰਕੇ ਕੀ ਉਹ ਆਪਣੀ ਵਿਰਾਸਤ ਨੂੰ ਤਿਆਗ ਨਹੀਂ ਰਹੇ? ਦੇਖਣ ਨੂੰ ਤਾਂ ਅਜਿਹਾ ਲੱਗ ਸਕਦਾ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਸੀ। ਜਿਵੇਂ ਤੁਸੀਂ ਅੱਗੇ ਪੜ੍ਹਦੇ ਹੋ, ਤੁਸੀਂ ਕਈ ਅਜਿਹੀਆਂ ਘਟਨਾਵਾਂ ਨੂੰ ਵੇਖੋਗੇ ਜਿੱਥੇ ਉਹ ਇੱਕ ਦਾਇਰਾ ਬਣਾਉਂਦੇ ਹਨ ਅਤੇ ਉਹ ਆਪਣੇ ਪਰਮੇਸ਼ਵਰ ਦੇ ਪ੍ਰਤੀ ਵਫਾਦਾਰੀ ਨੂੰ ਚੁਣਦੇ ਹਨ ਅਤੇ ਬਾਬਲ ਦੇ ਪ੍ਰਭਾਵ ਦਾ ਵਿਰੋਧ ਕਰਦੇ ਹਨ। ਤਾਂ ਉਦਾਹਰਨ ਲਈ, ਖੈਰ, ਜਿਵੇਂ ਕਿ ਉਹਨਾਂ ਨੂੰ ਬਾਬਲ ਦੇ ਦੇਵਤੇ ਦੇ ਅੱਗੇ ਮੱਥਾ ਟੇਕਣ ਦਾ ਹੁਕਮ ਦਿੱਤਾ ਗਿਆ ਅਤੇ ਰਾਜੇ ਨੂੰ ਦੇਵਤਾ ਮੰਨਦੇ ਹੋਏ ਉਸ ਦੇ ਪ੍ਰਤੀ ਆਪਣੀ ਵਫਾਦਾਰੀ ਵਿਖਾਉਣ। ਉਹ ਅਜਿਹਾ ਕੰਮ ਕਦੇ ਨਹੀਂ ਕਰਨਗੇ। ਸਹੀ ਕਿਹਾ। ਇੱਥੇ ਤੁਸੀਂ ਉਹਨਾਂ ਦੀ ਸੱਚੀ ਵਫਾਦਾਰੀ ਵੇਖਦੇ ਹੋ। ਉਹਨਾਂ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਬਾਬਲ ਦੀ ਮੂਰਤੀ ਪੂਜਾ, ਉਸ ਦੇ ਹੰਕਾਰ, ਉਸ ਦੇ ਅਨਿਆਂ ਦੀ ਆਲੋਚਨਾ ਕਰਨ, ਪਰ ਉਹਨਾਂ ਨੇ ਅਹਿੰਸਾ ਨੂੰ ਅਪਣਾਉਂਦੇ ਹੋਏ ਆਪਣੀਆਂ ਜਾਨਾਂ ਦੇ ਬਲੀਦਾਨ ਦੇ ਦੁਆਰਾ ਅਜਿਹਾ ਕੀਤਾ। ਤਾਂ ਪਰਮੇਸ਼ਵਰ ਨੇ ਦਾਨੀਏਲ ਅਤੇ ਉਸ ਦੇ ਮਿੱਤਰਾਂ ਦੀ ਵਿਸ਼ਵਾਸ ਯੋਗਤਾ ਨੂੰ ਸਹੀ ਠਹਿਰਾਇਆ। ਤਾਂ ਉਹ ਬਾਬਲ ਦੀ ਸੇਵਾ ਕਰਨਗੇ, ਉਸ ਦੀ ਭਲਾਈ ਦੇ ਲਈ ਕੋਸ਼ਿਸ਼ ਕਰਨਗੇ, ਪਰ ਉਹਨਾਂ ਦੀ ਵਫਾਦਾਰੀ ਹਮੇਸ਼ਾ ਪਰਮੇਸ਼ਵਰ ਦੇ ਪ੍ਰਤੀ ਹੀ ਹੋਵੇਗੀ। ਹਾਂ, ਯਰਮੀਆ ਵੀ ਇਹੀ ਕਲਪਨਾ ਕਰ ਰਿਹਾ ਸੀ। ਗੁਲਾਮੀ ਦਾ ਰਸਤਾ ਵਫਾਦਾਰੀ ਅਤੇ ਨਾਲ ਹੀ ਨਾਲ ਤਬਾਹੀ ਦਾ ਸੁਮੇਲ ਸੀ। ਇਸ ਲਈ ਉਹ ਅਜੇ ਵੀ ਗੁਲਾਮੀ ਵਿੱਚ ਹਨ। ਪਰ ਕੀ ਦਾਨੀਏਲ ਅਤੇ ਉਸ ਦੇ ਮਿੱਤਰ ਘਰ ਨਹੀਂ ਮੁੜਨਾ ਚਾਹੁੰਦੇ? ਹਾਂ, ਸਗੋਂ ਦਾਨੀਏਲ ਨੂੰ ਤਾਂ ਵਿਸ਼ਵਾਸ ਸੀ ਕਿ ਪਰਮੇਸ਼ਵਰ ਇੱਕ ਰਾਜੇ ਨੂੰ ਭੇਜਣ ਜਾ ਰਿਹਾ ਸੀ ਜੋ ਬਾਬਲ ਨੂੰ ਤਬਾਹ ਕਰਕੇ ਸ਼ਾਂਤੀ ਦੇ ਸੱਚੇ ਰਾਜ ਦੀ ਸਥਾਪਨਾ ਕਰੇਗਾ। ਉਸ ਦੀ ਸੋਚ ਦੇ ਅਨੁਸਾਰ ਇਸ ਰਾਜੇ ਨੇ ਕਦੋਂ ਆਉਣਾ ਸੀ? ਖੈਰ, ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਉਸ ਦੇ ਜੀਵਨ ਕਾਲ ਦੌਰਾਨ ਹੀ ਆ ਜਾਵੇਗਾ, ਪਰ ਫਿਰ ਉਸਨੇ ਸੁਪਨਾ ਵੇਖਿਆ ਕਿ ਬਾਬਲ ਤੋਂ ਬਾਅਦ ਇੱਕ ਹੋਰ ਅਤਿਆਚਾਰ ਕਰਨ ਵਾਲਾ ਸਾਮਰਾਜ ਆਵੇਗਾ, ਫਿਰ ਇੱਕ ਅਤੇ ਫਿਰ ਇੱਕ ਹੋਰ। ਅਤੇ ਇਸ ਲਈ ਬਾਬਲ ਆਖਿਰਕਾਰ ਟਹਿ ਗਿਆ ਅਤੇ ਇਸਰਾਇਲ ਨੂੰ ਘਰ ਮੁੜਨ ਦਾ ਵੀ ਮੌਕਾ ਮਿਲਿਆ। ਪਰ ਹੁਣ ਉਹਨਾਂ ਉੱਤੇ ਬਾਬਲ ਦੇ ਉੱਤਰਾਧਿਕਾਰੀਆਂ ਦਾ ਰਾਜ ਸੀ ਅਤੇ ਇਸ ਲਈ ਉਹਨਾਂ ਅੰਦਰ ਗੁਲਾਮ ਲੋਕਾਂ ਵਰਗੀ ਸੋਚ ਬਰਕਰਾਰ ਰਹੀ ਅਤੇ ਉਹ ਉਡੀਕ ਕਰਦੇ ਰਹੇ ਕਿ ਉਹਨਾਂ ਦਾ ਅਸਲੀ ਘਰ ਉਹਨਾਂ ਕੋਲ ਆਵੇਗਾ ਅਤੇ ਬਾਬਲ ਦੇ ਸਮਾਨ ਹੀ ਆਉਣ ਵਾਲੇ ਨਵੇਂ ਰਾਜਾਂ ਦੇ ਪ੍ਰਤੀ ਉਹਨਾਂ ਦੀ ਵਫਾਦਾਰੀ ਅਤੇ ਵਿਦਰੋਹ ਦੀ ਆਪਣੀ ਪੁਰਾਣੀ ਪ੍ਰਥਾ ਨੂੰ ਬਣੇ ਰਹਿਣ ਦਿੱਤਾ। ਅਤੇ ਇਹ ਸਾਨੂੰ ਯਿਸੂ ਦੇ ਸਮੇਂ ਵੱਲ ਲੈ ਜਾਂਦਾ ਹੈ। ਉਸ ਸਮੇਂ ਰੋਮ ਦਾ ਸਾਮਰਾਜ ਸੀ ਜਿਸ ਦਾ ਰਾਜਾ ਕੈਸਰ ਸੀ। ਹੁਣ ਕੁਝ ਇਸਰਾਏਲੀ ਵਿਦਰੋਹ ਕਰਨਾ ਚਾਹੁੰਦੇ ਸਨ, ਜਦੋਂ ਕਿ ਕਈਆਂ ਨੇ ਝੁਕਦੇ ਹੋਏ ਰੋਮ ਦੇ ਸੱਭਿਆਚਾਰ ਅਤੇ ਦੇਵਤਿਆਂ ਨੂੰ ਅਪਣਾ ਲਿਆ। ਪਰ ਵੇਖੋ ਕਿਵੇਂ ਯਿਸੂ ਦਾਨੀਏਲ ਦੀ ਅਧੀਨਗੀ ਸਹਿਤ ਕੀਤੀ ਵਫਾਦਾਰੀ ਨੂੰ ਜਾਰੀ ਰੱਖਦਾ ਹੈ। ਜਿਵੇਂ ਕਿ ਉਸਨੇ ਕਿਹਾ, ਕੈਸਰ ਨੂੰ ਚੁੰਗੀ ਦੇਣਾ ਉਚਿਤ ਹੈ, ਉਸ ਦੇ ਸਿੱਕੇ ਉਸ ਨੂੰ ਵਾਪਿਸ ਕਰੋ। ਪਰ ਫਿਰ ਉਸਨੇ ਕਿਹਾ, ਕੈਸਰ ਨੂੰ ਪਰਮੇਸ਼ਵਰ ਮੰਨਣ ਦੀ ਗਲਤੀ ਨਾ ਕਰੋ। ਸਿਰਫ ਇੱਕ ਹੀ ਪਰਮੇਸ਼ਵਰ ਹੈ ਜੋ ਤੁਹਾਡੇ ਸੰਪੂਰਨ ਜੀਵਨ ਅਤੇ ਵਫਾਦਾਰੀ ਦੇ ਯੋਗ ਹੈ। ਤਾਂ ਫਿਰ ਯਿਸੂ ਦਾ ਰਾਹ ਵੀ ਵਫਾਦਾਰੀ ਅਤੇ ਅਧੀਨਗੀ ਦਾ ਸੁਮੇਲ ਹੈ। ਹਾਂ, ਉਸਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਆਪਣੇ ਦੁਸ਼ਮਣਾਂ ਨਾਲ ਪ੍ਰੇਮ ਕਰਨ ਅਤੇ ਉਹਨਾਂ ਨੂੰ ਬਰਕਤ ਦੇਣ, ਪਰ ਯਰੂਸ਼ਲਮ ਅਤੇ ਰੋਮ ਦੇ ਭ੍ਰਿਸ਼ਟ ਆਗੂਆਂ ਦੇ ਵਿਰੁੱਧ ਬੋਲਣ ਦੇ ਕਾਰਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਯਿਸੂ ਨੇ ਉਹਨਾਂ ਦੀ ਸੱਤਾ ਪੂਜਾ ਦੀ ਆਲੋਚਨਾ ਕੀਤੀ ਅਤੇ ਇਸ ਦੀ ਕੀਮਤ ਉਸਨੇ ਆਪਣੀ ਜਾਨ ਦੇ ਕੇ ਅਦਾ ਕੀਤੀ। ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾ ਕੇ ਉਸ ਨੂੰ ਕੋਮਾ ਦੇ ਰਾਜੇ ਦੇ ਸੱਚੇ ਰੂਪ ਵਿੱਚ ਸਥਾਪਿਤ ਕਰ ਦਿੱਤਾ। ਉਹੀ ਰਾਜਾ ਜਿਸ ਦੀ ਦਾਨੀਏਲ ਨੂੰ ਉਮੀਦ ਸੀ। ਹਾਂ, ਅਤੇ ਯਿਸੂ ਨੇ ਵਾਅਦਾ ਕੀਤਾ ਕਿ ਇੱਕ ਦਿਨ ਉਸ ਦਾ ਰਾਜ ਪ੍ਰਬਲ ਹੋਵੇਗਾ। ਅਤੇ ਇਸ ਲਈ ਉਦੋਂ ਤੱਕ ਉਸ ਦੇ ਚੇਲੇ ਇੱਕ ਤਰ੍ਹਾਂ ਦੀ ਗੁਲਾਮੀ ਵਿੱਚ ਜੀ ਰਹੇ ਸਨ। ਹਾਂ, ਇਸੇ ਲਈ ਰਸੂਲ ਪਤਰਸ ਯਿਸੂ ਦੇ ਚੇਲਿਆਂ ਨੂੰ ਪਰਦੇਸੀ ਅਤੇ ਗੁਲਾਮ ਕਹਿੰਦਾ ਹੈ। ਉਸਨੇ ਕਿਹਾ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ ਉੱਥੋਂ ਦੇ ਅਧਿਕਾਰੀਆਂ ਦਾ ਆਦਰ ਕਰੋ ਅਤੇ ਸਾਰੇ ਲੋਕਾਂ ਦਾ ਸਤਿਕਾਰ ਕਰੋ ਅਤੇ ਉਹਨਾਂ ਨਾਲ ਪਿਆਰ ਰੱਖੋ। ਪਰ ਫਿਰ ਉਹ ਉਹਨਾਂ ਨੂੰ ਯਾਦ ਦਿਵਾਉਂਦਾ ਹੈ
ਕਿ ਇਹ ਉਹਨਾਂ ਦਾ ਅਸਲੀ ਘਰ ਨਹੀਂ ਹੈ। ਉਹ ਹੁਣ ਵੀ ਬਾਬਲ ਵਿੱਚ ਜੀ ਰਹੇ ਸਨ। ਪਰ ਅਸਲ ਵਿੱਚ ਉਹ ਬਾਬਲ ਵਿੱਚ ਨਹੀਂ ਜੀ ਰਹੇ ਸਨ, ਕਿਉਂਕਿ ਬਾਬਲ ਤਾਂ ਹੁਣ ਮੌਜੂਦ ਨਹੀਂ ਹੈ। ਜਾਂ ਕਿ ਉਹ ਹੁਣ ਵੀ ਹੈ? ਬਾਈਬਲ ਵਿੱਚ ਬਾਬਲ ਕਿਸੇ ਵੀ ਅਜਿਹੀ ਮਨੁੱਖੀ ਸੰਸਥਾ ਦਾ ਵਰਣਨ ਕਰਨ ਦਾ ਪ੍ਰਤੀਕ ਬਣ ਗਿਆ ਜੋ ਭਲੇ ਅਤੇ ਬੁਰੇ ਦੀ ਆਪਣੀ ਹੀ ਦੁਬਾਰਾ ਦਿੱਤੀ ਪਰਿਭਾਸ਼ਾ ਦੇ ਪ੍ਰਤੀ ਅਤੇ ਵਫਾਦਾਰੀ ਅਤੇ ਪੂਜਨ ਦੀ ਮੰਗ ਕਰਦੇ ਹਨ। ਠੀਕ ਹੈ, ਤਾਂ ਅਸੀਂ ਸਭ ਬਾਬਲ ਦੇ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਾਂ। ਪਰ ਮੈਂ ਕਿਵੇਂ ਬਾਬਲ ਦੇ ਭਲੇ ਦੀ ਇੱਛਾ ਕਰਾਂ ਜਦੋਂ ਕਿ ਮੇਰੀ ਵਫਾਦਾਰੀ ਤਾਂ ਉਸ ਦੇ ਪ੍ਰਤੀ ਹੈ ਜੋ ਬਾਬਲ ਤੋਂ ਮਹਾਨ ਹੈ? ਹਾਂ, ਯਿਸੂ ਦੇ ਚੇਲਿਆਂ ਨੂੰ ਵਫਾਦਾਰੀ ਅਤੇ ਵਿਦਰੋਹ ਦੇ ਵਿੱਚ ਦੇ ਤਣਾਅ ਦੇ ਵਿਚਕਾਰ ਜਿਉਣ ਦੇ ਲਈ ਬੁਲਾਇਆ ਗਿਆ ਹੈ ਅਤੇ ਇਹੀ ਗੁਲਾਮੀ ਦਾ ਰਸਤਾ ਹੈ।